Welcome to SK Gyan. To get related videos, hit the bell icon so that you can get the notification. Yes, simple statement ਕਿਹੜੀ statement ਹੁੰਦੀ ਆ ਜਿਸ ਦੇ ਵਿੱਚ ਇੱਕ ਹੀ ਗੱਲ ਕੀਤੀ ਹੋਵੇ ਜੋ ਦੋ ਸੈਂਟੈਂਸ ਆਪਸ ਦੇ ਵਿੱਚ ਜੁੜੇ ਨਾ ਹੋਣ। ਇੱਕ ਸਿੰਪਲ ਸੈਂਟੈਂਸ ਜਿਹੜਾ ਆ ਉਸ ਸਟੇਟਮੈਂਟ ਨੂੰ ਸਿੰਪਲ ਸਟੇਟਮੈਂਟ ਕਿਹਾ ਜਾਂਦਾ ਆ। ਜਿਵੇਂ √2 is an irrational number। √2 is an irrational number ਇਹ ਇੱਕ ਸਿੰਪਲ ਸਟੇਟਮੈਂਟ ਆ। ਇਹ ਕਿਸੇ ਦੂਸਰੀ ਸਟੇਟਮੈਂਟ ਦੇ ਨਾਲ ਐਂਡ ਜਾਂ ਔਰ ਪਾ ਕੇ ਜੁੜੀ ਨਹੀਂ ਹੋਈ, ਠੀਕ ਆ। ਸੈਕਿੰਡ ਦੇ ਵਿੱਚ ਅਸੀਂ ਕਵਾਂਗੇ ਜੌਨ is intelligent boy, ਠੀਕ ਹੈ। ਇਹ ਦੋ ਸਟੇਟਮੈਂਟਸ, ਇਹ ਦੋ ਐਗਜ਼ਾਮਪਲ ਸਿੰਪਲ ਸਟੇਟਮੈਂਟਸ ਦੀਆਂ ਆ। ਇਹਦੇ ਵਿੱਚ ਇਹ ਕਿਸੇ ਨਾਲ ਕੰਬਾਈਨ ਨਹੀਂ ਆ, ਸੋ ਦਿਸ ਸਟੇਟਮੈਂਟ ਇਜ਼ ਨੋਨ ਐਜ਼ ਸਿੰਪਲ ਸਟੇਟਮੈਂਟ। ਕੰਪਾਊਂਡ ਸਟੇਟਮੈਂਟ ਕਿਹੜੀ ਹੋਊਗੀ ਜਿਸ ਦੇ ਵਿੱਚ ਦੋ ਸਿੰਪਲ ਸਟੇਟਮੈਂਟਸ ਆਪਸ ਦੇ ਵਿੱਚ ਜੁੜੀਆਂ ਹੋਣਗੀਆਂ ਜਾਂ ਔਰ ਜਾਂ ਐਂਡ ਦੇ ਨਾਲ, ਠੀਕ ਆ। ਉਸ ਸਟੇਟਮੈਂਟ ਨੂੰ ਕੰਪਾਊਂਡ ਸਟੇਟਮੈਂਟ ਕਿਹਾ ਜਾਊਗਾ। ਜਿਵੇਂ ਐਗਜ਼ਾਮਪਲ ਆ ਜੌਨ is an intelligent boy or works hard ਜਾਂ study or studies every night। ਇਹਦੇ ਵਿੱਚ ਦੇਖਿਆ ਜਾਵੇ ਤੇ ਔਰ ਆ, ਠੀਕ ਆ। ਦੋ ਸਟੇਟਮੈਂਟਸ ਆ, ਇੱਕ ਹੈਗੀ ਆ ਜੌਨ ਇਜ਼ ਐਨ ਇੰਟੈਲੀਜੈਂਟ ਬॉय, ਉਹ ਇੱਕ ਇੰਟੈਲੀਜੈਂਟ ਬॉय ਆ। ਦੂਸਰੀ ਸਟੇਟਮੈਂਟ ਹੈਗੀ ਸਟੱਡੀਜ਼ ਐਵਰੀ ਨਾਈਟ। ਇਹਦੇ ਵਿੱਚ ਦੋ ਸਟੇਟਮੈਂਟਸ, ਦੋ ਸਿੰਪਲ ਸਟੇਟਮੈਂਟਸ ਨੂੰ ਜੋੜਿਆ ਗਿਆ ਵਾ। ਉਹ ਕਿਹੜੀ ਕਿਹੜੀ ਆ? ਇੱਕ ਹੈਗੀ ਆ ਜੌਨ ਇਜ਼ ਐਨ ਇੰਟੈਲੀਜੈਂਟ ਬॉय। ਦੂਸਰੀ ਸਟੇਟਮੈਂਟ ਜਿਹੜੀ ਇਹਦੇ ਨਾਲ ਕੰਬਾਈਨ ਕੀਤੀ ਆ ਦੈਟ ਇਜ਼ ਜੌਨ ਸਟੱਡੀਜ਼ every night, ਉਹ ਹਰ ਰਾਤ ਪੜ੍ਹਦਾ ਆ। ਸੋ ਇਹ ਦੋ ਸਟੇਟਮੈਂਟਸ ਨੂੰ ਜੁਆਇਨ ਕੀਤਾ ਗਿਆ ਵਾ। ਇਹ ਵਾਲੀ ਸਟੇਟਮੈਂਟ ਨੂੰ ਕੰਪਾਊਂਡ ਸਟੇਟਮੈਂਟ ਕਿਹਾ ਜਾਂਦਾ ਆ। ਜਦੋਂ ਅਸੀਂ ਮੈਥਮੈਟੀਕਲ ਰੀਜ਼ਨਿੰਗ ਚੈਪਟਰ ਕਰਦੇ ਆ, ਅਗਰ ਤਾਂ ਸਟੇਟਮੈਂਟ ਇੱਕ ਹੋਵੇ, ਜਿੱਦਾਂ ਸਿੰਪਲ ਸਟੇਟਮੈਂਟ ਸੀਗੀ, ਇਹ ਸਿੰਪਲ ਸਟੇਟਮੈਂਟ ਹੀ ਸੀਗੀ। ਇਹ ਜਿਹੜੀ ਸਟੇਟਮੈਂਟ ਹੈ ਇਹਨੂੰ P ਦੇ ਨਾਲ ਡਿਨੋਟ ਕਰ ਲਿਆ ਜਾਂਦਾ ਆ, ਠੀਕ ਆ। ਇੱਕ ਹੀ ਸਟੇਟਮੈਂਟ ਆ, ਓਨਲੀ ਵਨ ਸਟੇਟਮੈਂਟ ਐਜ਼ ਐਨ ਐਗਜ਼ਾਮਪਲ 2, ਉਹਨੂੰ P ਸਟੇਟਮੈਂਟ ਦੇ ਨਾਲ, P ਸਿੰਬਲ ਦੇ ਨਾਲ ਡਿਨੋਟ ਕਰ ਲਿਆ ਜਾਂਦਾ ਆ। ਬਟ ਜਦੋਂ ਇੱਦਾਂ ਕਰਕੇ ਕੰਪਾਊਂਡ ਸਟੇਟਮੈਂਟਸ ਹੁੰਦੀਆਂ ਵਾ, ਠੀਕ ਆ। ਕੰਪਾਊਂਡ ਸਟੇਟਮੈਂਟ ਦੇ ਵਿੱਚ ਇਹ ਜਿਹੜੀਆਂ ਦੋ ਸਟੇਟਮੈਂਟਸ ਆ, ਇਹ ਵਾਲੀਆਂ ਜਿਹੜੀਆਂ ਦੋ ਸਟੇਟਮੈਂਟਸ ਆ ਜਿਨ੍ਹਾਂ ਨੂੰ ਮੈਂ ਇਹ ਨੀਚੇ ਲਿਖ ਦਿੱਤਾ ਆ, ਇੱਕ ਨੂੰ P ਦੇ ਨਾਲ ਡਿਨੋਟ ਕਰ ਲਿਆ ਜਾਂਦਾ ਆ ਤੇ ਇੱਕ ਨੂੰ Q ਦੇ ਨਾਲ ਡਿਨੋਟ ਕਰ ਲਿਆ ਜਾਂਦਾ ਆ, ਠੀਕ ਆ। P ਤੇ Q ਸਿੰਬਲ ਇਹਨਾਂ ਨੂੰ ਦੇ ਦਿੱਤੇ ਜਾਂਦੇ ਆ। ਐਂਡ ਅਗਰ ਅਸੀਂ ਧਿਆਨ ਦਈਏ ਇੱਥੇ, ਅਗਰ ਇਹ ਸਟੇਟਮੈਂਟ ਜਿਹੜੀ ਆ ਇਹ P ਸਟੇਟਮੈਂਟ ਆ, ਇੱਥੇ ਕੋਈ ਨਾ ਕੋਈ ਇਹਨਾਂ ਨੂੰ ਜੋੜਨ ਵਾਲਾ ਕਨੈਕਟਿਵ ਲੱਗਾ ਹੋਇਆ ਵਾ। ਇਹ ਸਟੇਟਮੈਂਟ ਜਿਹੜੀ ਆ ਇਹ Q ਆ, ਠੀਕ ਆ। ਤੇ ਇਹਦੇ ਫਿਰ ਟਰੁਥ ਟੇਬਲ ਬਣਾਏ ਜਾਂਦੇ ਆ। ਜਿਵੇਂ P ਔਰ ਇਹ ਵਾਲਾ ਸਿੰਬਲ ਹੋ ਗਿਆ ਡਿਸਜੰਕਸ਼ਨ Q, P ਡਿਸਜੰਕਸ਼ਨ Q, ਓਕੇ। ਟਰੁਥ ਟੇਬਲਸ ਕੀ ਹੋਊਗੇ? ਜਿਵੇਂ ਸਟੇਟਮੈਂਟਸ ਦਾ ਪਤਾ ਲੱਗ ਗਿਆ। ਟਰੁਥ ਟੇਬਲ ਦੇ ਵਿੱਚ ਜਿਵੇਂ ਆਪਾਂ ਨੂੰ ਸਟੇਟਮੈਂਟਸ ਬਾਰੇ ਪਤਾ ਲੱਗ ਗਿਆ ਕਿ ਜਿਵੇਂ ਫੋਰ ਐਗਜ਼ਾਮਪਲ ਆਪਣੇ ਕੋਲ ਸਿਰਫ ਇੱਕ ਹੀ ਸਟੇਟਮੈਂਟ ਆ P, ਉਹ ਕਿਹੜੀਆਂ ਉਹ ਕੀ ਹੋ ਸਕਦਾ ਆ? P ਕੀ ਹੋ ਸਕਦਾ? ਜਾਂ ਉਹ ਟਰੂ ਹੋ ਸਕਦਾ ਆ ਤੇ ਜਾਂ ਉਹ ਫਾਲਸ ਹੋ ਸਕਦਾ ਆ, ਠੀਕ ਆ। ਈਦਰ ਟਰੂ ਔਰ ਫਾਲਸ ਦੋਨੋਂ ਇਕੱਠੇ ਨਹੀਂ ਹੋਊਗੇ। ਇਨ ਕੇਸ ਕਦੀ ਏਦਾਂ ਹੋ ਗਿਆ ਕਿ ਦੋਨੋਂ ਇਕੱਠੇ ਹੋਏ, ਉਹ ਪੈਰਾਡੌਕਸ ਹੁੰਦਾ ਆ। ਤੇ ਇਹ ਜਿਹੜਾ P ਹੈਗਾ ਵਾ ਉਹਦੇ ਵਿੱਚ ਉਹਨੂੰ ਜਾਂ ਤਾਂ ਟਰੂ ਵੈਲਿਊ ਮਿਲੂਗੀ ਜਾਂ ਫਾਲਸ ਮਿਲੂਗੀ। ਇਸ ਨੂੰ ਜਿਸ ਟੇਬਲ ਦੇ ਵਿੱਚ ਲਿਖਿਆ ਜਾਂਦਾ ਆ ਉਸ ਟੇਬਲ ਨੂੰ ਟਰੁਥ ਟੇਬਲ ਕਹਿ ਦਿੱਤਾ ਜਾਂਦਾ ਆ, ਠੀਕ ਆ। ਜਿਵੇਂ ਇੱਥੇ P ਹੈਗਾ ਆ, P ਦੀਆਂ ਵੈਲਿਊਜ਼ ਕਿਹੜੀਆਂ ਕਿਹੜੀਆਂ ਆਉਣਗੀਆਂ? P ਦੀਆਂ ਵੈਲਿਊਜ਼ ਆਉਣਗੀਆਂ ਟਰੂ ਤੇ ਫਾਲਸ, ਠੀਕ ਆ। ਉਸ ਟੇਬਲ ਨੂੰ ਟਰੁਥ ਟੇਬਲ ਕਹਿ ਦਿੱਤਾ ਜਾਂਦਾ ਆ। ਇਨ ਕੇਸ ਉੱਥੇ Q ਵੀ ਹੈਗਾ ਆ, Q ਵੀ ਆ, Q ਦੀਆਂ ਵੈਲਿਊਜ਼ ਕਿਹੜੀਆਂ ਹੋਣਗੀਆਂ? ਓਬਵੀਅਸ ਆ, Q ਦੀਆਂ ਵੈਲਿਊਜ਼ ਵੀ ਇਹੀ
ਜਾਂ ਟਰੂ ਹੋ ਸਕਦੀ ਆ ਤੇ ਜਾਂ ਫਾਲਸ ਹੋ ਸਕਦੀ ਆ। ਅਗਰ ਤੇ Q ਇਕੱਲਾ ਆ ਤੇ Q ਇਕੱਲੇ ਦਾ ਟੇਬਲ ਕੀ ਬਣੂਗਾ, Q ਇਕੱਲੇ ਦਾ ਟੇਬਲ ਇਹ ਰਹੂਗਾ। ਇੱਥੇ Q ਦੀਆਂ ਵੈਲਿਊਜ਼ ਲਿਖੀਆਂ, ਇੱਥੇ ਟਰੂ ਤੇ ਫਾਲਸ ਦੋ ਹੀ ਵੈਲਿਊਜ਼ ਪੋਸੀਬਲ ਆ। ਠੀਕ ਆ। ਇਨ ਕੇਸ ਇੱਕ ਕੰਪਾਊਂਡ ਸਟੇਟਮੈਂਟ ਆ, ਮੈਂ ਇੱਥੇ ਗੱਲ ਸਿੰਪਲ ਸਟੇਟਮੈਂਟ ਦੀ ਕੀਤੀ ਆ ਕਿ ਇਹ ਇੱਕ ਸਿੰਪਲ ਸਟੇਟਮੈਂਟ ਸੀਗੀ, P ਓਨਲੀ ਸਟੇਟਮੈਂਟ ਦੇ ਵਿੱਚ ਇੱਕ ਹੀ ਆ, P ਇੱਕ ਸਿੰਪਲ ਸਟੇਟਮੈਂਟ ਆ, ਉਹਦੀਆਂ ਦੋ ਹੀ ਵੈਲਿਊਜ਼ ਅਸਾਈਨ ਹੋਣੀਆਂ ਵਾ, ਟਰੂ ਤੇ ਫਾਲਸ। ਠੀਕ ਆ। ਹੁਣ ਇਹਦੇ ਵਿੱਚ ਇੱਕ ਇਹ ਵੀ ਇੱਕ ਸਿੰਪਲ ਸਟੇਟਮੈਂਟ ਆ, ਉਹਦੀਆਂ ਦੋ ਹੀ ਵੈਲਿਊਜ਼ ਹੋ ਸਕਦੀਆਂ, ਟਰੂ ਤੇ ਫਾਲਸ। ਕਲੀਅਰ ਆ। ਇਹ ਹੋ ਗਿਆ ਟਰੁਥ ਟੇਬਲ। ਇਨ ਕੇਸ ਜਿਵੇਂ ਇੱਥੇ ਲਿਖਿਆ ਹੋਇਆ ਵਾ ਕੰਸਟਰਕਸ਼ਨ ਆਫ ਟਰੁਥ ਟੇਬਲਸ, ਟਰੁਥ ਟੇਬਲਸ ਨੂੰ ਆਪਾਂ ਕੰਸਟਰਕਟ ਕਿਵੇਂ ਕਰਨਾ ਹੁੰਦਾ ਆ, ਜਦੋਂ ਕੰਪਾਊਂਡ ਸਟੇਟਮੈਂਟ ਹੈਜ਼ ਟੂ ਸਿੰਪਲ ਸਟੇਟਮੈਂਟਸ। ਆਪਾਂ ਪਿੱਛੇ ਗੱਲ ਕੀਤੀ ਆ ਇੱਕ ਸਟੇਟਮੈਂਟ ਦੀ, ਅਗਰ ਸਿਰਫ P ਸਟੇਟਮੈਂਟ ਆ ਤੇ ਉਹਦੇ ਟਰੁਥ ਟੇਬਲ ਦੇ ਵਿੱਚ ਉਹਦੀਆਂ ਵੈਲਿਊਜ਼ ਟਰੂ ਤੇ ਫਾਲਸ ਆਉਣਗੀਆਂ। ਸਹੀ ਆ। ਹੁਣ ਇਨ ਕੇਸ ਉੱਥੇ ਦੋ ਸਟੇਟਮੈਂਟਸ ਆ, ਦੋ ਸਿੰਪਲ ਸਟੇਟਮੈਂਟਸ ਆ, ਇੱਕ ਸਟੇਟਮੈਂਟ ਨੂੰ P ਕਹਿ ਦਿੰਦੇ ਆ, ਇੱਕ ਸਟੇਟਮੈਂਟ ਨੂੰ Q ਕਹਿ ਦਿੰਦੇ ਆ। ਹੁਣ ਇੱਥੇ ਕੀ ਹੋ ਸਕਦਾ ਕਿ ਟਰੂ ਜਿਹੜਾ P ਆ ਉਹ ਟਰੂ ਹੋਵੇ, ਹੋ ਸਕਦਾ ਕਿ Q ਜਿਹੜਾ ਵਾ ਉਹ ਵੀ ਟਰੂ ਹੋਵੇ, ਹੋ ਸਕਦਾ ਕਿ P ਟਰੂ ਹੋਵੇ Q ਫਾਲਸ ਹੋਵੇ, ਹੋ ਸਕਦਾ ਕਿ P ਫਾਲਸ ਹੋਵੇ Q ਟਰੂ ਹੋਵੇ, ਹੋ ਸਕਦਾ ਕਿ P ਫਾਲਸ ਹੋਵੇ Q ਵੀ ਫਾਲਸ ਹੋਵੇ। ਦੇਖੋ ਮੈਂ ਸਾਰੀਆਂ ਪੋਸੀਬਿਲਿਟੀਜ਼ ਲੈ ਲਈਆਂ, ਟਰੂ 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 ਫਾਲਸ ਫਾਲਸ ਟਰੂ ਫਾਲਸ ਫਾਲਸ, ਇੰਨੇ ਕੇਸ ਹੋ ਸਕਦੇ, ਇੰਨੇ ਪੋਸੀਬਲ ਆ। ਯੈਸ। ਕਹਿਣ ਦਾ ਮਤਲਬ ਇਹ ਕਿ ਜਦੋਂ ਤੁਹਾਡੇ ਕੋਲੋਂ ਟੂ ਸਿੰਪਲ ਸਟੇਟਮੈਂਟਸ ਆ, ਉਹਦੇ ਟਰੁਥ ਟੇਬਲ ਦੇ ਵਿੱਚ ਇੱਕ ਸਟੇਟਮੈਂਟ ਨੂੰ 4 ਵੈਲਿਊਜ਼ ਅਸਾਈਨ ਹੋਣਗੀਆਂ। ਠੀਕ ਆ। ਅਸੀਂ ਪਹਿਲਾਂ ਟੇਬਲ ਬਣਾਈਏ ਫਿਰ ਕਲੀਅਰ ਹੋ ਜਾਊਗਾ। ਟੇਬਲ ਆਲਮੋਸਟ ਇੱਥੇ ਵੈਲਿਊਜ਼ ਅਸਾਈਨ ਕਰ ਦਿੱਤੀਆਂ, ਬਸ ਇਹਨੂੰ ਇੱਕ ਟੇਬਲ ਦੀ ਫਾਰਮ ਦੇਣੀ ਆ, ਇੱਥੇ ਦੇ ਦਿੰਦੇ ਆ ਟਰੂ ਟਰੂ। ਠੀਕ ਆ। ਟਰੂ 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 ਫਾਲਸ ਫਾਲਸ ਟਰੂ ਫਾਲਸ ਫਾਲਸ। ਠੀਕ ਆ। ਹੁਣ ਕੀ ਆ, ਹੁਣ ਕਿੰਨੀਆਂ ਸਟੇਟਮੈਂਟਸ ਆ, ਹੁਣ 3 ਸਟੇਟਮੈਂਟਸ ਆ, 3 ਸਿੰਪਲ ਸਟੇਟਮੈਂਟਸ ਆ, ਇਹਦੇ ਚ 8 ਬਣਨੇ ਆ, ਇਹਦੇ ਵਿੱਚ 8 ਐਲੀਮੈਂਟਸ ਆਉਗੇ। ਉਹ ਕਿਵੇਂ ਆਉਗੇ, ਕਿੱਦਾਂ ਯਾਦ ਰੱਖਾਂਗੇ ਕਿ ਇਹਦੇ ਚ 4 ਆ, ਇਹਦੇ ਚ 8 ਆ। ਠੀਕ ਆ। 3 ਸਟੇਟਮੈਂਟਸ ਆਉਂਦੀਆਂ, ਇੱਕ ਸਟੇਟਮੈਂਟ ਨੂੰ P, ਇੱਕ ਨੂੰ Q, ਇੱਕ ਨੂੰ R ਕਵਾਂਗੇ। ਇਹਦੇ ਵਿੱਚ ਇਹ ਜਿਹੜੀਆਂ ਵੈਲਿਊਜ਼ ਅਸਾਈਨ ਹੋਣੀਆਂ ਨਾ, ਇਹ ਹੋਣੀਆਂ 8 ਵੈਲਿਊਜ਼ ਇੱਥੇ ਅਸਾਈਨ ਹੋਣਗੀਆਂ ਇਹਦੇ ਵਿੱਚ। ਠੀਕ ਆ। ਹੁਣ ਉਹਦਾ ਮੈਥਡ ਕੀ ਆ, ਕਿਵੇਂ ਯਾਦ ਰੱਖਾਂਗੇ। ਅਸਲ ਦੇ ਵਿੱਚ ਇੱਕ ਸਟੇਟਮੈਂਟ ਨੂੰ ਜਦੋਂ ਸਿੰਪਲ ਸੀਗੀ, ਕਦੋਂ, ਜਦੋਂ ਉਹ ਸਿੰਪਲ ਸੀਗੀ, ਸਿੰਪਲ ਸਟੇਟਮੈਂਟ ਨੂੰ, ਸਿੰਪਲ ਸਟੇਟਮੈਂਟ ਹੁੰਦੀ ਜਿਹੜੀ, ਉਹਨੂੰ ਕਿੰਨੀਆਂ ਵੈਲਿਊਜ਼ ਮਿਲਦੀਆਂ ਹੁੰਦੀਆਂ, 2 ਜਾਂ ਟਰੂ ਤੇ ਜਾਂ ਫਾਲਸ। ਠੀਕ ਆ। ਕਿੰਨੀਆਂ ਵੈਲਿਊਜ਼ ਮਿਲੀਆਂ, 2 ਜਾਂ ਟਰੂ ਜਾਂ ਫਾਲਸ। ਉਹਦੇ ਰੇਜ਼ ਟੂ ਪਾਰ ਪਾਵਾਂਗੇ ਕੰਪਾਊਂਡ ਸਟੇਟਮੈਂਟਸ ਕਿੰਨੀਆਂ ਵਾ, ਕੰਪਾਊਂਡ ਸਟੇਟਮੈਂਟਸ 2 ਆ, ਸੋ ਦੈਟਸ ਵਾਈ 2 2s are 4। ਇੱਕ ਸਟੇਟਮੈਂਟ ਨੂੰ 4 ਵੈਲਿਊਜ਼ ਮਿਲਣਗੀਆਂ। ਇੱਥੇ ਆ ਕੰਪਾਊਂਡ ਸਟੇਟਮੈਂਟ ਹੈਜ਼ 3 ਸਿੰਪਲ ਸਟੇਟਮੈਂਟ। ਸਿੰਪਲ ਸਟੇਟਮੈਂਟ ਨੂੰ ਕਿੰਨੀਆਂ ਵੈਲਿਊਜ਼ ਮਿਲਦੀਆਂ ਹੁੰਦੀਆਂ ਵਾ, ਜਿਹੜੀ ਸਿੰਪਲ ਸਟੇਟਮੈਂਟ ਹੁੰਦੀ ਉਹਨੂੰ ਕਿੰਨੀਆਂ ਵੈਲਿਊਜ਼ ਮਿਲਦੀਆਂ ਹੁੰਦੀਆਂ, ਉਹਨੂੰ 2 ਵੈਲਿਊਜ਼ ਮਿਲਦੀਆਂ ਹੁੰਦੀਆਂ। ਤੇ ਟੋਟਲ ਅਗਰ ਦੇਖਿਆ ਜਾਵੇ ਤਾਂ ਉੱਥੇ ਸਟੇਟਮੈਂਟਸ ਕਿੰਨੀਆਂ ਵਾ, 3, ਸੋ ਦੈਟਸ ਵਾਈ ਇਟ ਇਜ਼ 8। ਠੀਕ ਆ। ਆਪਾਂ ਇਹਦਾ 3 ਦਾ ਬਣਾਉਂਦੇ ਆ ਹੁਣੇ। ਕਲੀਅਰ ਆ। ਸੋ ਅਗਰ ਸਾਡੇ ਕੋਲੋਂ ਕੰਪਾਊਂਡ ਸਟੇਟਮੈਂਟ ਜਿਹੜੀ ਆ ਉਹਦੇ ਕੋਲੋਂ 3 ਸਿੰਪਲ ਸਟੇਟਮੈਂਟਸ ਹੋਣਗੀਆਂ ਤੇ ਉਹਨੂੰ ਪਹਿਲਾਂ ਇਹ ਵੇਖਾਂਗੇ ਕਿ ਉਹਨੂੰ ਕਿੰਨੀਆਂ ਵੈਲਿਊਜ਼ ਅਸਾਈਨ ਹੋਣਗੀਆਂ। ਸਿੰਪਲ ਸਟੇਟਮੈਂਟ ਦੇ ਵਿੱਚ 2 ਵੈਲਿਊਜ਼ ਹੁੰਦੀਆਂ ਵਾ, ਟਰੂ ਤੇ ਫਾਲਸ। ਟੋਟਲ ਕਿੰਨੀਆਂ ਵਾ, ਟੋਟਲ 3 ਆ, ਸੋ ਰੇਜ਼ ਟੂ ਪਾਰ 3 ਹੋ ਜਾਊਗਾ। ਇਟ ਇਜ਼ 8। ਕਹਿਣ ਦਾ ਮਤਲਬ ਕਿ ਜਿਹੜੀ ਇੱਕ ਸਟੇਟਮੈਂਟ ਆ P, ਇੱਕ ਸਟੇਟਮੈਂਟ Q, ਇੱਕ ਸਟੇਟਮੈਂਟ R, ਕਿਉਂਕਿ ਟੋਟਲ ਕਿੰਨੀਆਂ ਸਟੇਟਮੈਂਟਸ ਆ, R, ਕਿਉਂਕਿ ਟੋਟਲ ਕਿੰਨੀਆਂ ਸਟੇਟਮੈਂਟਸ ਆ, ਟੋਟਲ ਸਟੇਟਮੈਂਟਸ ਹੈਗੀਆਂ ਵਾ ਤੁਹਾਡੇ ਕੋਲੋਂ 3। ਠੀਕ ਆ। P Q R ਤੇ ਇੱਕ ਨੂੰ ਕਿੰਨੀਆਂ ਵੈਲਿਊਜ਼ ਅਸਾਈਨ ਹੋਣੀਆਂ ਆ, 8। ਉਹਨੂੰ ਲਿਖਣ ਦਾ ਮੈਥਡ ਕਿਹੜਾ ਹੁੰਦਾ ਆ, ਉਹਨੂੰ ਲਿਖਣ ਦਾ ਮੈਥਡ ਇਹ ਹੁੰਦਾ ਕਿ ਟੋਟਲ ਵੈਲਿਊਜ਼ 8 ਆ। ਠੀਕ ਆ। ਸਭ ਤੋਂ ਪਹਿਲਾਂ ਜਿਹੜੀ ਤੁਸੀਂ ਵੈਲਿਊ ਲਿਖੀ ਆ P ਸਟੇਟਮੈਂਟ ਜਿਹੜੀ ਲਿਖੀ ਆ, ਉਹਦੇ ਵਿੱਚ ਕੀ ਕਰੋਗੇ ਤੁਸੀਂ,
लिखोगे ट्रू 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 ट्रू। 4 वार ट्रू लिखोगे, 4 वार तुसी फॉल्स लिखोगे, फॉल्स 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 फॉल्स। ठीक है। क्यू स्टेटमेंट च की होगा, 2 वारी ट्रू लिखोगे, 2 वारी फॉल्स लिखोगे, 2 वारी ट्रू लिखोगे, 2 वारी फॉल्स लिखोगे। ये 4 का काम किया ना, ये 4 का 4 वार ट्रू हो गया, 4 वार फॉल्स हो गया। ये 2 वार ट्रू, 2 वार फॉल्स, 2 वार ट्रू, 2 वार फॉल्स। आर स्टेटमेंट दे विच ट्रू फॉल्स ट्रू फॉल्स ट्रू फॉल्स ट्रू फॉल्स। ठीक है। ते अगर इनू ध्यान दे नाल देखो, ट्रू 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 बन गया, 2 वारी ट्रू 1 वारी फॉल्स, फिर ट्रू ट्रू फॉल्स हो गया, ट्रू 2 वारी फॉल्स आ गया, फॉल्स ट्रू ट्रू फॉल्स ट्रू फॉल्स। सारियां पॉसिबिलिटीज़ जिहड़ियां बनदियां वो इहदे विच आ गईयां। ये तुहाडा ट्रुथ टेबल कंस्ट्रक्ट हो जांदा जदों कंपाउंड स्टेटमेंट आए एक, उहदे च 3 स्टेटमेंट दित्तियां होणगीਆਂ। जदों आपां नूं पी ते क्यू दो स्टेटमेंट्स आ, स्टेटमेंट्स दो आ, एक सिंपल स्टेटमेंट च जिहड़ियां ओहदियां वैल्यूज आ 2 हुंदियां आ, टोटल इहदे विच 2 स्टेटमेंट्स आ, सो दैट्स वाई इत्थे 4, एक नूं 4 आउगियां। एक स्टेटमेंट नूं 4 वैल्यूज मिलणगियां, किवें याद रखांगे, टोटल वैल्यूज 4 आ, उहदा हाफ करांगे, हाफ कीता 2 आ गया। सब तो जिहड़ा पहली वाली स्टेटमेंट आ उन्होंने 2 वैल्यूज देवांगे, सो 2 वैल्यूज सेम, ट्रू ट्रू फॉल्स फॉल्स। फिर क्यू च की होगा, जो इत्थे 2 2 आ गया, फिर एक एक बार ट्रू फॉल्स ट्रू फॉल्स। ये मैथड रहिंदा हुंदा इहदा ट्रुथ टेबल बनाउण दा। ठीक है। नैक्सट अगर 3 स्टेटमेंट्स आ, पी क्यू आर 3 स्टेटमेंट्स आ, फिर किन्ने एक वैल्यू नूं, एक स्टेटमेंट नूं किन्नियां वैल्यूज आउणगियां, 8 आउणगियां। एंड 8 किवें, क्योंकि एक सिंपल स्टेटमेंट दियां 2 वैल्यूज, टोटल 3, आंसर आ गया 8। सो इत्थे 8 दा हाफ करोगे हो जाऊगा 4, सो 4 बार ट्रू लिखोगे, 4 बार फॉल्स लिखोगे, ट्रू 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 4 बार ट्रू हो गया, फॉल्स 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 हो गया, फिर 4 बार हो गया, फिर 2 बार ट्रू ट्रू फॉल्स फॉल्स ट्रू ट्रू फॉल्स फॉल्स, फिर 2 बार हो गया, हुण एक बार ट्रू फॉल्स ट्रू फॉल्स ट्रू फॉल्स ट्रू फॉल्स। ठीक आ। ते ये साडा सैट रहिंदा हुंदा पी क्यू आर दियां वैल्यूज दा। कन्वर्स इनवर्स एंड कॉन्ट्रा पॉजिटिव किहदा होगा, इफ स्टेटमेंट दा। इफ स्टेटमेंट जिहड़ी हुंदी आ जां जिन्नू असीं कंडीशनल स्टेटमेंट बोलदे आ, कंडीशनल स्टेटमेंट किहड़ी, जिहदे विच पी एम्पलाइज क्यू हुंदा आ, इह वाली स्टेटमेंट नू कंडीशनल स्टेटमेंट जां इफ स्टेटमेंट बोलदे आ। कन्वर्स ऑफ पी इंप्लाइज क्यू, क्योंकि यही कंडीशनल स्टेटमेंट आ, ਇਹਦਾ ਹੀ ਕਨਵਰਸ ਹੋਊਗਾ, ਇਹੀ ਇਫ ਸਟੇਟਮੈਂਟ ਆ। ਉਹਨੂੰ ਲਿਖਣ ਸਿੰਬੋਲਿਕ ਫਾਰਮ ਉਹਦੀ ਇਹ ਵਾਲੀ ਹੁੰਦੀ ਹੈ, ਕਨਵਰਸ ਆਫ P ਇੰਪਲਾਈਜ਼ Q ਐਜ਼ Q ਇੰਪਲਾਈਜ਼ P। ਠੀਕ ਆ। P ਇੰਪਲਾਈਜ਼ Q ਆ, ਜਿਹੜਾ Q ਆ ਉਹ ਅੱਗੇ ਆ ਜਾਊਗਾ, Q ਇੰਪਲਾਈਜ਼ P, ਇਹ ਕਨਵਰਸ ਹੋ ਜਾਊਗਾ। ਮੈਥ ਦੇ ਵਿੱਚ ਥਿਊਰਮਸ ਪ੍ਰੂਵ ਕਰਦੇ ਹੁੰਦੇ ਸੀਗੇ, ਕਨਵਰਸ ਪਾਰਟ ਕਨਵਰਸਲੀ, ਉਹਦੇ 'ਚ ਕੀ ਹੁੰਦਾ ਸੀ, ਜਿਵੇਂ ਇਹ ਚੀਜ਼ ਪ੍ਰੂਵ ਕੀਤੀ ਆ, ਉਸ ਤੋਂ ਬਾਅਦ ਇਹ ਰਿਜ਼ਲਟ ਆਇਆ, ਅਗਲੀ ਵਾਰੀ ਕਨਵਰਸ ਪਾਰਟ 'ਚ ਕੀ ਕਰਦੇ ਹੁੰਦੇ ਸੀ, ਇਹਨੂੰ ਲੈਂਦੇ ਹੁੰਦੇ ਸੀ ਪਹਿਲਾਂ, ਉਹਦਾ ਰਿਜ਼ਲਟ ਇਹ ਆਉਂਦਾ ਸੀ। ਠੀਕ ਹੈ। ਇਹਨੂੰ ਪਹਿਲਾਂ ਲੈਣਾ, ਉਹੀ Q ਇੰਪਲਾਈਜ਼ P ਹੋ ਜਾਵੇ, ਉਸਨੂੰ ਕਨਵਰਸ ਬੋਲਦੇ ਆ। ਸੈਕਿੰਡ ਇਜ਼ ਇਨਵਰਸ, ਇਨਵਰਸ ਆਫ P ਇੰਪਲਾਈਜ਼ Q ਕਰਨਾ ਆ। ਇਨਵਰਸ ਦੇ ਵਿੱਚ ਜਿਵੇਂ ਜਿਵੇਂ ਜੋ ਜਿੱਥੇ ਪਿਆ ਆ, ਜਿਵੇਂ P ਆ ਇੱਥੇ, ਤੁਸੀਂ ਇੱਥੇ ਨੋਟ P ਪਾਓਗੇ, ਇੱਥੇ Q ਆ ਤੇ ਇੱਥੇ ਨੋਟ Q ਪਾ ਦੋਗੇ, ਉਹਦਾ ਇਨਵਰਸ ਕਰ ਦਓਗੇ। ਕਨਵਰਸ ਵਰੀ ਕੀ ਹੁੰਦਾ ਆ, ਅਸੀਂ ਜਿਹੜੀਆਂ ਥਿਊਰਮਸ ਕਰਦੇ ਹੁੰਦੇ ਸੀ ਉੱਥੋਂ ਯਾਦ ਰੱਖ ਲਾਂਗੇ ਕਿ ਇਹਦੇ ਤੋਂ ਇਹ ਰਿਜ਼ਲਟ ਪ੍ਰੂਵ ਕਰਨਾ, ਬਟ ਕਨਵਰਸ ਪਾਰਟ ਵਰੀ ਇਹ ਰਿਜ਼ਲਟ ਤੋਂ ਇਹ ਪ੍ਰੂਵ ਕਰਨਾ, ਉਹੀ ਚੀਜ਼ ਆ
अगर P implies Q आ ते कन्वर्सवरी पिछले पार्ट तो शुरू कर दिता जाता, फिर अगला आंदा है कन्वर्सवरी A याद रखांगे, इनवर्सवरी याद रखांगे कि जो जिथे पिया उवें रहूगा, बस ਉਹਦੇ ਨਾਲ negation ਲੱਗ ਜੂਗੀ, ਇਹਦਾ ਇਨਵਰਸ ਹੋ ਜਾਊਗਾ, ਉਹਦੀ negation ਹੋਗੀ, ਇਹਦਾ ਇਨਵਰਸ ਹੋ ਜਾਊਗਾ, ਉਹਦੀ negation ਹੋਗੀ, ਠੀਕ ਆ। ਨੈਕਸਟ ਹੈਗਾ ਵਾ contra positive। contra positive ਕਿਹਦਾ? P implies Q ਦਾ, ਉਹ ਕੀ ਹੋਊਗਾ? P implies ਦਾ Q ਦਾ contra positive ਕੀ ਹੋਊਗਾ? Q ਅੱਗੇ ਆ ਜਾਊਗਾ, ਇਹਦਾ P ਪਿੱਛੇ ਚੱਲ ਜਾਊਗਾ and ਇਹਨਾਂ ਦੇ ਨਾਲ not ਲੱਗ ਜਾਊਗਾ, ਠੀਕ ਆ। ਇਹਦੇ ਨਾਲ not ਲੱਗ ਗਿਆ, ਇਹਦੇ ਨਾਲ not ਲੱਗ ਗਿਆ, ਇਹ ਉਹਦਾ ਕੀ ਹੋ ਗਿਆ? contra positive ਹੋ ਗਿਆ। ਕਨਵਰਸ ਵਰੀ ਕੀ ਹੋਊਗਾ? P implies Q ਵਰੀ Q ਅੱਗੇ P ਪਿੱਛੇ। ਇਨਵਰਸ ਵਰੀ ਕੀ ਹੋਊਗਾ? ਇਨਵਰਸ ਵਰੀ ਜੋ ਜਿੱਥੇ ਪਿਆ ਉਹਦਾ ਬਸ ਇਨਵਰਸ ਕਰ ਦੇਵਾਂਗੇ, not P not Q ਕਰਤਾ। contra positive ਵਰੀ ਕੀ ਹੋਊਗਾ? ਪਿਛਲਾ ਅੱਗੇ ਆ ਜਾਊਗਾ, ਅਗਲਾ ਪਿੱਛੇ ਚੱਲ ਜਾਊਗਾ, as well as ਉਹਦੇ ਨਾਲ negation ਆ ਜਾਊਗਾ, ਠੀਕ ਹੈ। ਲੌਜੀਕਲੀ ਇਕੁਇਵਲੈਂਸ ਸਟੇਟਮੈਂਟਸ ਕਿਹੜੀਆਂ ਸਟੇਟਮੈਂਟ ਹੁੰਦੀਆਂ ਵਾ? ਜਿਵੇਂ ਕੋਈ ਆਪਰੇਸ਼ਨਸ ਲੱਗਦੇ ਹੋਣ, ਫॉर ਐਗਜ਼ਾਮਪਲ P implies Q ਆ, ਠੀਕ ਆ। P implies Q ਦਾ ਰਿਜ਼ਲਟ ਕਿਹਦੇ ਇਕੁਅਲ ਆਉਂਦਾ ਵਾ? ਲੈਕਚਰ 1 ਦੇ ਵਿੱਚ I have told you, ਲੈਕਚਰ 1 ਜਾਂ ਲੈਕਚਰ 2 ਚ ਇਹ ਵਾਲੀ ਗੱਲ ਹੋ ਗਈ ਆ ਕਿ P implies Q ਨੂੰ ਜਦੋਂ ਮੈਂ ਟਰੁਥ ਟੇਬਲ ਬਣਾਇਆ ਸੀ, ਅਗਰ ਨਹੀਂ ਵਾਚ ਕੀਤੀ ਤੇ ਉਹਨੂੰ ਉਹ ਕਿਉਂਕਿ ਉਹ ਵਾਚ ਕੀਤੇ ਤੋਂ ਬਿਨਾ ਅੱਗੇ ਇਹ ਨਹੀਂ ਹੋਣਾ ਨੈਕਸਟ, ਠੀਕ ਆ। P implies Q ਨੂੰ ਮੈਂ ਪ੍ਰੂਵ ਕੀਤਾ ਸੀ ਟਰੁਥ ਟੇਬਲ ਦੇ ਵਿੱਚ not P disjunction Q, ਠੀਕ ਆ। ਇਹ ਆਪਾਂ ਟਰੁਥ ਟੇਬਲ 'ਚ ਇਹ ਚੀਜ਼ ਪ੍ਰੂਵ ਕਰ ਲਈ ਹੋਈ ਸੀ ਕਿ P implies Q ਦਾ ਜਿਹੜਾ ਟਰੁਥ ਟੇਬਲ ਬਣਦਾ ਸੀ, ਜਿਹੜੀ ਵੈਲਿਊ ਆਉਂਦੀ ਸੀਗੀ ਉਹ ਸੇਮ ਹੀ ਆਉਂਦੀ ਸੀਗੀ, ਠੀਕ ਆ। ਇਕੁਇਵਲੈਂਸ ਵਰੀ ਇਹ ਵਾਲਾ ਸਿੰਬਲ ਪਾ ਦਿੱਤਾ ਜਾਂਦਾ, ਜਿਹੜੀ ਸੇਮ ਆਊਗੀ not P disjunction Q ਵਰੀ, ਇਹ ਇਹਦਾ ਰਿਜ਼ਲਟ ਰਹਿੰਦਾ ਆ। ਇਵੇਂ ਹੋਰ ਵੀ ਸਟੇਟਮੈਂਟਸ ਹੁੰਦੀਆਂ ਵਾ, ਫॉर ਐਗਜ਼ਾਮਪਲ not P ਆ, not P ਦਾ not ਕੈਲਕੂਲੇਟ ਕਰਨਾ ਆ, not P ਆ, ਉਹਦਾ negation ਕੈਲਕੂਲੇਟ ਕਰਨਾ ਆ, ਤੇ ਉਹ ਲੌਜੀਕਲੀ ਕਿਹਦੇ ਇਕੁਅਲ ਆ? ਉਹ P ਦੇ ਇਕੁਅਲ ਆ। ਇਹਦਾ ਟਰੁਥ ਟੇਬਲ ਬਣਾ ਕੇ ਵੇਖ ਲਓ, ਉਹ P ਦੇ ਇਕੁਅਲ ਆ। ਇਹੋ ਜਿਹੀਆਂ ਸਟੇਟਮੈਂਟਸ ਜਿਨ੍ਹਾਂ ਨੂੰ ਦੋ ਤਰੀਕੇ ਦੇ ਨਾਲ ਲਿਖੀਏ, ਉਹਨਾਂ ਦੇ ਰਿਜ਼ਲਟ ਸੇਮ ਆਉਣ, ਮਤਲਬ ਇਹਦਾ ਜਿਹੜਾ ਰਿਜ਼ਲਟ ਆ ਤੇ ਇਹਦਾ ਜਿਹੜਾ ਰਿਜ਼ਲਟ ਆ ਉਹ ਸੇਮ ਆ, ਇਹਦਾ ਜਿਹੜਾ ਰਿਜ਼ਲਟ ਆ ਇਹਦਾ ਜਿਹੜਾ ਰਿਜ਼ਲਟ ਆ ਉਹ ਸੇਮ ਆ, ਇਹੋ ਜਿਹੀਆਂ ਸਟੇਟਮੈਂਟਸ ਨੂੰ ਲੌਜੀਕਲੀ ਇਕੁਇਵਲੈਂਟ ਸਟੇਟਮੈਂਟ ਬੋਲਦੇ ਆ, ਠੀਕ ਆ। ਹੁਣ ਕੁਝ ਪ੍ਰੋਬਲਮਸ ਆ ਔਨ ਇਕੁਇਵਲੈਂਸ ਸਟੇਟਮੈਂਟ, ਜਿਵੇਂ ਆਹੀ ਹੁਣੇ ਮੈਂ ਐਗਜ਼ਾਮਪਲ ਲਈ ਸੀ not P as equivalent to P। ਹੁਣ ਇਹਨੂੰ ਟਰੁਥ ਟੇਬਲ ਦੇ ਵਿੱਚ ਬਣਾਇਆ ਵਾ, ਟਰੁਥ ਟੇਬਲ ਵੇਖ ਲੈਂਦੇ ਆ ਅਸੀਂ ਇਹਦਾ। P 'ਚ ਵੈਲਿਊਜ਼ ਟਰੂ ਤੇ ਫਾਲਸ ਆਉਣਗੀਆਂ, not P ਦੇ ਵਿੱਚ ਵੈਲਿਊ obvious ਆ, P ਦਾ not ਕਰਤਾ, ਟਰੂ ਦਾ ਫਾਲਸ ਹੋ ਗਿਆ, ਫਾਲਸ ਦਾ ਟਰੂ ਹੋ ਗਿਆ। ਜਦੋਂ ਅਸੀਂ ਉਹਨੂੰ ਇੱਕ ਵਾਰੀ ਫਿਰ not ਕਰਾਂਗੇ ਤੇ ਫਾਲਸ ਦਾ ਟਰੂ ਹੋ ਜਾਊਗਾ, ਟਰੂ ਦਾ ਫਾਲਸ ਹੋ ਜਾਊਗਾ। ਕਹਿਣ ਦਾ ਮਤਲਬ ਕਿ ਇਸ ਸਾਈਡ ਦਾ ਜਿਹੜੀਆਂ ਵੈਲਿਊਜ਼ ਆ ਉਹ TF ਆਈਆਂ ਤੇ P ਦੀਆਂ ਵੈਲਿਊਜ਼ ਕੀ ਸੀਗੀਆਂ ਭਲਾ? P ਦੀਆਂ ਵੈਲਿਊਜ਼ ਵੀ TF ਸੀਗੀਆਂ, ਠੀਕ ਆ। ਉਹਦੇ 'ਚ ਵੀ T, ਇਹਦੇ 'ਚ ਵੀ T, ਇਹਦੇ 'ਚ F, ਇਹਦੇ 'ਚ F, ਹੈ ਨਾ, TF ਗੱਲ ਕਲੀਅਰ ਆ। ਕਹਿਣ ਦਾ ਮਤਲਬ ਇਹੋ ਜਿਹੀਆਂ ਸਟੇਟਮੈਂਟ ਨੂੰ ਤੁਸੀਂ ਕੀ ਬੋਲੋਗੇ? equivalence statements, and this is example number 1। ਹੁਣ ਇਹਦੇ ਵਿੱਚ ਦੇਖਿਆ ਜਾਵੇ P disjunction Q is ਉਹਦਾ not ਆ, ਉਹ ਕਿਹਦੇ equivalent ਆ? ਉਹ not P conjunction not Q ਦੇ equal ਆ। ਇਸ ਟੌਪਿਕ ਬਾਰੇ ਵੀ ਗੱਲ ਹੋ ਗਈ ਸੀ, ਇਹਨੂੰ ਤੁਸੀਂ ਟਰੁਥ ਟੇਬਲ ਦੇ ਵਿੱਚ ਵੀ ਪ੍ਰੂਵ ਕਰ ਸਕਦੇ ਆ। ਸਗੋਂ ਟਰੁਥ ਟੇਬਲ 'ਚ ਜਦੋਂ ਅਸੀਂ MCQ ਸੋਲਵ ਕਰਨੇ ਆ ਨਾ, ਉਦੋਂ ਅਸੀਂ ਟਰੁਥ ਟੇਬਲ ਤੋਂ ਬਚਣਾ ਆ, ਉਦੋਂ ਟਰੁਥ ਟੇਬਲ ਨਹੀਂ ਬਣਾਉਣੇ, ਬਹੁਤ ਟਾਈਮ ਕੰਜ਼ਿਊਮਿੰਗ ਆ, 3-4 ਕੁਐਸਚਨਸ ਦਾ ਟਾਈਮ ਇਹਦੇ ਵਿੱਚ ਨਿਕਲ ਜਾਣਾ ਆ। ਬਟ ਜਦੋਂ ਅਸੀਂ ਪ੍ਰੈਕਟਿਸ ਕਰਨੀ ਆ, ਇਹ ਵਾਲੇ ਰਿਜ਼ਲਟਸ ਪੱਕੇ ਕਰਨੇ ਆ, ਇਹ ਵਾਲੇ ਰਿਜ਼ਲਟਸ ਨੂੰ ਮੈਮੋਰਾਈਜ਼ ਕਰਨਾ ਵਾ, ਦੈਨ ਦਾ ਬੈਸਟ ਮੈਥਡ ਇਜ਼ ਕਿ ਤੁਸੀਂ ਆਪਣੇ ਹੱਥ ਦੇ ਨਾਲ ਇੱਕ ਵਾਰ ਟਰੁਥ ਟੇਬਲ ਜ਼ਰੂਰ ਬਣਾਓ, ਕਿਉਂਕਿ ਟਰੁਥ ਟੇਬਲ ਖੁਦ ਬਣਾਓਗੇ
ਤੁਹਾਨੂੰ ਖੁਦ ਪਤਾ ਲੱਗੂਗਾ। ਅਦਰਵਾਈਜ਼ ਇੱਕ ਲਿਸਟ ਦੇ ਸਕਦੀ ਸੀ ਮੈਂ, ਇੱਕ ਲਿਸਟ ਦੇ ਸਕਦੀ ਸੀ ਕਿ ਇੰਨੇ ਰਿਜ਼ਲਟ ਯਾਦ ਕਰ ਲਓ, ਓਕੇ MCQ ਸੋਲਵ ਹੋ ਜਾਣਗੇ, ਬਟ ਉਹ ਯਾਦ ਕਰਨੇ ਆ ਪੇਪਰ ਵਿੱਚ, ਉਹ ਭੁੱਲ ਵੀ ਸਕਦੇ ਆ। ਸੋ ਦੈਟਸ ਵਾਈ ਇਹਨਾਂ ਨੂੰ ਇੱਕ ਵਾਰੀ ਅਸੀਂ ਹੱਥ ਨਾਲ ਕੰਸਟਰਕਟ ਕਰਨੇ ਆ ਸਾਰਿਆਂ ਨੇ। ਕੰਸਟਰਕਟ ਕਰਨ ਤੋਂ ਬਾਅਦ ਰਿਜ਼ਲਟਸ ਦਿਮਾਗ ਵਿੱਚ ਬੈਠਣਗੇ, ਫਿਰ ਅਸੀਂ MCQ ਬਹੁਤ ਈਜ਼ੀਲੀ ਸੋਲਵ ਕਰ ਸਕਦੇ ਹਾਂ। ਹੁਣ ਇਹਦੇ ਵਿੱਚ not P union Q ਆ, ਹਨਾ, it is not P disjunction Q equivalent to this, ਠੀਕ ਆ। ਇਹ ਚੀਜ਼ ਆਪਾਂ ਪਹਿਲਾਂ ਪ੍ਰੂਵ ਵੀ ਕੀਤੀ ਹੋਈ ਹੈ, ਇੱਥੇ ਵੇਖ ਲੈਂਦੇ ਆ। P ਦੀਆਂ ਵੈਲਿਊਜ਼ ਦਿੱਤੀਆਂ ਹੋਈਆਂ T F, ਟਰੂ ਹੋਣਾ ਸੀ, ਟਰੂ F false ਹਨਾ, true false। ਹੁਣ ਦੇਖੋ ਧਿਆਨ ਦੇਣਾ, ਆਪਰੇਸ਼ਨ ਦੇਖੋ ਕੀ ਆ, P disjunction Q ਆ, ਠੀਕ ਆ। P disjunction Q ਚ ਦੱਸਿਆ ਸੀ ਕੌਣ ਸਟਰੋਂਗ ਹੁੰਦਾ ਵਾ, P disjunction Q ਦੇ ਵਿੱਚ true strong ਹੁੰਦਾ ਵਾ। ਜੇ true strong ਆ, T ਚ T ਆ ਜਾਊਗਾ, TF ਵਿੱਚ T ਆ ਜਾਊਗਾ, FT ਚ T ਆ ਜਾਊਗਾ, ਇਹਦੇ ਵਿੱਚ true ਹੈਗਾ ਹੀ ਨਹੀਂ ਤੇ false ਆ ਜਾਊਗਾ। ਹੁਣ ਇਸ ਦਾ ਨੋਟ ਕਰ ਦੇਣਾ ਵਾ, ਜਦੋਂ ਨੋਟ ਕੀਤਾ T ਦਾ ਨੋਟ ਕੀਤਾ F ਹੋ ਜਾਣਾ, ਕਿਉਂਕਿ ਕਿਹਦਾ ਨੋਟ ਕਰਨਾ ਵਾ, ਇਹਦਾ, ਤੇ ਇਹਦਾ ਰਿਜ਼ਲਟ ਕੀ ਆਇਆ ਵਾ, ਇਹਦਾ ਰਿਜ਼ਲਟ ਆਇਆ ਵਾ ਇੱਥੇ ਪਿਆ ਰਿਜ਼ਲਟ। ਕਹਿਣ ਦਾ ਮਤਲਬ ਇਹਦਾ ਨੋਟ ਕੀਤਾ F ਹੋ ਗਿਆ, ਟਰੂ ਦਾ ਨੋਟ ਕੀਤਾ F ਹੋ ਗਿਆ, ਇਹਦਾ ਨੋਟ ਕੀਤਾ F ਹੋ ਗਿਆ, ਫਾਲਸ ਦਾ ਨੋਟ ਕੀਤਾ ਤੇ ਟਰੂ ਹੋ ਗਿਆ। ਕਲੀਅਰ ਆ। ਇਹ ਕਿਹਦੀ ਵੈਲਿਊ ਆਈ ਆ, ਇਹ ਲੈਫਟ ਹੈਂਡ ਸਾਈਡ ਦੀ ਵੈਲਿਊ ਆਈ ਹੈ, ਸੀ ਇਟ ਕੇਅਰਫੁਲੀ, ਇਹ ਲੈਫਟ ਹੈਂਡ ਸਾਈਡ ਦੀ ਵੈਲਿਊ ਆਈ ਆ, ਠੀਕ ਹੈ ਜੀ। ਹੁਣ ਨੋਟ P ਦੀਆਂ ਵੈਲਿਊਜ਼ ਇੱਥੇ ਲਿਖਾਂਗੇ, ਨੋਟ Q ਦੀਆਂ ਵੈਲਿਊਜ਼ ਇੱਥੇ ਲਿਖਾਂਗੇ, ਬਾਅਦ ਵਿੱਚ ਉਹਨਾਂ ਦੇ ਵਿੱਚ ਕੰਜੰਕਸ਼ਨ ਪਿਆ ਹੋਇਆ ਵਾ, ਬਾਅਦ ਚ ਕੰਜੰਕਸ਼ਨ ਪਾ ਦੇਵਾਂਗੇ, ਫਿਰ ਦੇਖ ਲਵਾਂਗੇ ਕਿ ਭਲਾ ਇਹ ਵਾਲਾ ਰਿਜ਼ਲਟ ਇਹਦੇ ਇਕੁਅਲ ਆ, ਜਿਨ੍ਹਾਂ ਨੂੰ ਮੈਂ ਰੈੱਡ ਕੀਤਾ, ਜੇ ਇਕੁਅਲ ਆ ਤੇ ਕਹਿਣ ਦਾ ਮਤਲਬ ਇਹ ਇਕੁਅਲੈਂਟ ਆ, ਤੇ ਫਿਰ ਆਪਾਂ ਇਹਨੂੰ ਉੱਦਾਂ ਵੀ ਯਾਦ ਰੱਖਣਾ ਵਾ ਸੈਟ ਵਾਲੇ ਮੈਥਡ ਦੇ ਨਾਲ, ਜਿੱਦਾਂ ਮੈਂ ਤੁਹਾਨੂੰ ਦੱਸਿਆ ਸੀ ਆਪਣੇ ਪਿਛਲੇ ਲੈਕਚਰ 'ਚ, ਫਸਟ ਲੈਕਚਰ ਦੇ ਵਿੱਚ, ਕਿ P union Q ਜਿਹੜਾ ਵਾ ਇਟ ਇਜ਼ ਰਿਲੇਟਡ ਵਿਦ ਯੂਨੀਅਨ, ਉਹਦਾ ਅਸੀਂ ਨੋਟ ਕੈਲਕੂਲੇਟ ਕਰਨਾ ਵਾ। ਤੇ ਉਹਨੂੰ ਕਿਵੇਂ ਕੈਲਕੂਲੇਟ ਕਰਾਂਗੇ, ਇਹ ਜਿਹੜਾ P ਹੈਗਾ ਵਾ ਇਹਦੇ ਤੇ ਨੋਟ ਆ ਜਾਂਦਾ ਵਾ, ਜਿਹੜਾ ਯੂਨੀਅਨ ਆ ਉਹ ਇੰਟਰਸੈਕਸ਼ਨ ਬਣ ਜਾਂਦਾ, ਜਿਹੜਾ Q ਆ ਉਹਦੇ ਤੇ ਨੋਟ ਆ ਜਾਂਦਾ। ਇਟ ਇਜ਼ ਨਥਿੰਗ ਬਟ ਦਿਸ, ਦੇਖੋ ਧਿਆਨ ਨਾਲ, P ਦੇ ਉੱਤੇ ਨੋਟ ਪਿਆ ਵਾ, ਨੋਟ P ਆ, ਠੀਕ ਆ। ਇੰਟਰਸੈਕਸ਼ਨ ਆ, ਇੰਟਰਸੈਕਸ਼ਨ ਨੂੰ ਕੰਜੰਕਸ਼ਨ ਨਾਲ ਰਿਲੇਟ ਕੀਤਾ ਆ, Q ਦੇ ਉੱਤੇ ਨੋਟ ਆ, ਇਹ ਨੋਟ Q ਆ, ਠੀਕ ਆ। ਹੋਪ ਕਿ ਗੱਲ ਕਲੀਅਰ ਹੋ ਗਈ ਹੋਊਗੀ। ਹੁਣ ਅਸੀਂ ਇੱਕ ਵਾਰੀ ਇਹਨੂੰ ਮੈਂ ਪ੍ਰੂਵ ਕਰ ਦੇਵਾਂ, ਨੈਕਸਟ ਤੁਸੀਂ ਆਪੇ ਕਰੋਗੇ। ਨੋਟ P ਕੈਲਕੂਲੇਟ ਕਰਨਾ ਹੀ, T ਦਾ ਜਿਹੜਾ F ਹੋ ਜਾਊਗਾ, T ਦਾ F ਹੋ ਜਾਊਗਾ, F ਦਾ T, F ਦਾ T। ਨੋਟ Q ਕੈਲਕੂਲੇਟ ਕਰਨਾ ਵਾ, T ਦਾ F, F ਦਾ T, T ਦਾ F, F ਦਾ T, ਐਂਡ ਇਹਨਾਂ ਦੇ ਵਿੱਚ ਅਸੀਂ ਕੰਜੰਕਸ਼ਨ ਫਾਈਂਡ ਕਰਨੀ ਆ, ਤੇ ਕੰਜੰਕਸ਼ਨ ਵਾਰੀ ਫਾਲਸ ਜਿਹੜਾ ਵਾ ਉਹ ਸਟਰੋਂਗ ਹੁੰਦਾ ਵਾ, ਫਿਰ ਇੱਥੇ ਫਾਲਸ ਆ ਜਾਊਗਾ, ਇੱਥੇ ਫਾਲਸ ਆ ਜਾਊਗਾ, ਇੱਥੇ ਫਾਲਸ ਆਊਗਾ, ਤੇ ਇੱਥੇ ਟਰੂ ਆਊਗਾ। ਇਹਨਾਂ ਦੇ ਰਿਜ਼ਲਟਸ ਵੇਖ ਲਈਏ ਭਲਾ, ਬਟ ਸ਼ਰਤ ਇਹ ਆ ਕਿ ਇਹਨਾਂ ਦੀਆਂ ਐਂਟਰੀਜ਼ ਸੇਮ ਹੋਣ, P ਦੀਆਂ TTFF, TTFF, ਆਰਡਰ ਵਾਈਜ਼ TF 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 TF, ਇਹਦਾ ਪਹਿਲਾਂ 3 F ਆ ਫਿਰ ਟਰੂ ਆ, ਪਹਿਲੇ 3 F ਆ ਫਿਰ ਟਰੂ ਆ, ਯੈਸ ਇਹ ਲੌਜੀਕਲੀ ਇਕੁਇਵਲੈਂਟ ਆ, ਠੀਕ ਹੈ। ਇਦਾਂ ਆਪਾਂ ਸੈੱਟ ਦੇ ਨਾਲ ਵੀ ਯਾਦ ਰੱਖਣਾ ਆ, ਤੇ ਅਸੀਂ ਟਰੁਥ ਟੇਬਲ ਵੀ ਇੱਕ ਵਾਰ ਬਣਾ ਕੇ ਵੇਖਣੇ ਆ। ਹੁਣ ਵੇਖੋ ਨੋਟ P ਕੰਜੰਕਸ਼ਨ Q ਕੀ ਹੋਊਗਾ, ਨੋਟ P ਹੋ ਗਿਆ, ਨੋਟ P ਹੋ ਗਿਆ, ਕੰਜੰਕਸ਼ਨ ਡਿਸਜੰਕਸ਼ਨ 'ਚ ਚੇਂਜ ਹੋ ਗਿਆ, ਨੋਟ Q ਹੋ ਗਿਆ, ਠੀਕ ਹੈ ਜੀ। ਇਹ ਉਹੀ ਪ੍ਰੋਬਲਮ ਆ ਫਿਰ ਤੋਂ ਸੇਮ। then if P and Q are two statements then this, ਦੇਖੋ ਇਹਨੂੰ ਧਿਆਨ ਨਾਲ, ਇੱਥੇ ਨੋਟ ਆ, P implies Q ਆ, ਡਬਲ ਸਾਈਨ ਦੇ ਨਾਲ ਵੀ ਇਹਨੂੰ ਡਿਨੋਟ ਕਰ ਸਕਦੇ ਆ। ਇਹਨੂੰ ਇਹਨਾਂ ਨੇ ਕਿਹਦੇ ਇਕੁਅਲ ਰੱਖਿਆ, ਦੇਖਦੇ ਆ ਵੀ ਇਹਦੇ ਇਕੁਅਲ ਆ। 4 ਆਪਸ਼ਨਸ ਦੇ ਵਿੱਚ ਇਹ ਚੀਜ਼ ਦਿੱਤੀ ਹੋਈ ਆ, ਤੁਹਾਨੂੰ 4 ਆਪਸ਼ਨਸ ਦਿੱਤੀਆਂ ਵਾ, ਠੀਕ ਆ। 4 ਆਪਸ਼ਨਸ ਦਿੱਤੀਆਂ ਤੇ ਉਹਦਾ ਰਿਜ਼ਲਟ ਪਤਾ ਕੀ ਰਹੂਗਾ। ਇਹਨੂੰ ਸੋਲਵ ਕਰੀਏ, ਇਹਨੂੰ ਸੋਲਵ ਕਰਦੇ ਆ। ਇਹ ਜਿਹੜਾ ਬਾਹਰ ਨਗੇਸ਼ਨ ਹੈ ਇਹਨੂੰ ਹਾਲੀ ਨਗੇਸ਼ਨ ਹੀ ਰਹਿਣ ਦਿਓ, ਠੀਕ ਆ। ਇੱਥੇ ਸੋਲਵ ਕਰਦੀ ਆ ਮੈਂ, ਜਿਹੜਾ ਇਹ ਨਗੇਸ਼ਨ ਆ ਫਿਲਹਾਲ ਨਗੇਸ਼ਨ ਨੂੰ ਨਗੇਸ਼ਨ ਰਹਿਣ ਦਿੱਤਾ। ਇੰਨੀ ਚੀਜ਼ ਜਿਹਨੂੰ ਮੈਂ ਹਾਈਲਾਈਟ ਕੀਤਾ, ਇਹਦੇ ਤੇ ਆਪਰੇਸ਼ਨ ਕਿਹੜਾ ਲੱਗਣਾ ਵਾ, ਨੋਟ P, ਯੈਸ, ਡਿਸਜੰਕਸ਼ਨ, ਯੈਸ, Q, ਯੈਸ, ਇਹਨਾਂ ਰਿਜ਼ਲਟ ਲੱਗਦਾ। ਦੁਬਾਰਾ ਦੱਸਦੀ ਹਾਂ, ਜਿਹਨੂੰ ਮੈਂ ਹਾਈਲਾਈਟ ਕੀਤਾ ਵਾ ਉਹਦਾ ਰਿਜ਼ਲਟ ਕੀ ਰਹਿੰਦਾ ਹੁੰਦਾ, ਨੋਟ P ਡਿਸਜੰਕਸ਼ਨ Q ਰਹਿੰਦਾ ਹੁੰਦਾ। ਇੱਥੇ ਨੋਟ ਆ, ਇਹ ਨੋਟ ਦਾ ਕੰਮ ਕੀ ਹੈ, ਇਹਦਾ ਤੇ ਇਹਦਾ ਨੋਟ ਕਰਨਾ। P ਦਾ ਨੋਟ ਕਰਤਾ, P ਆ ਗਿਆ, Q ਦਾ ਨੋਟ ਕਰਤਾ, ਨੋਟ Q ਆ ਗਿਆ। ਜਿਹੜਾ ਡਿਸਜੰਕਸ਼ਨ ਸੀਗਾ ਉਹ ਕੰਜੰਕਸ਼ਨ 'ਚ ਬਦਲ ਗਿਆ।
देखो इहदा रिजल्ट देखो जरा, वो कह रहा P डिसजंक्शन, P कंजंक्शन, यस नॉट Q, यस ये 4 ऑप्शंस च आंसर मिल गया ते टिक ला देवांगे। ठीक आ, हुण इहदे विच आ इत्थे इन्हां ने नॉट पाया होया, ठीक आ, नॉट P इत्थे डबल साइन आ, है ना, मतलब बाई कंडीशनल स्टेटमेंट आ, वो इहदे इक्वल आ, यस ये इहदे इक्वल आ, असीं ये बना के देखिया आ लैक्चर नंबर 1 दे विच, आपां लैक्चर नंबर 1 च ये चीज़ कीती है, यस P बाई कंडीशनल Q ये चीज़ कीती है। इहदा रिजल्ट पता की रहिंदा सीगा, इहदा रिजल्ट रहिंदा सी नॉट P डिसजंक्शन Q, ठीक आ। फिर इत्थे कंजंक्शन आउंदा सी, इत्थे P दा नॉट आ ना, P सिंपल आऊगा, नॉट पता किहदा P सिंपल आऊगा, डिसजंक्शन नॉट Q आऊगा, बट हुण हुण इस सम दे विच इहदे बाहर इन्हां ने नॉट पाया वा, नॉट पाया, मैं ऑपरेशन किहदा लिखिया, सिर्फ अंदर वाले दा, सिर्फ अंदर वाले दा, इहदे बाहर नॉट पाया वा, क्लीयर आ, इहदे बाहर नॉट पाया, मतलब इन्नी चीज़। हुण इनू किवें सॉल्व करूंगी, इनू किवें सॉल्व करूंगी, ये जिहड़ा नॉट हैगा ना वो इहदा भी आऊगा, ओके, नॉट जिहड़ा वा वो किहदा आऊगा, नॉट P डिसजंक्शन Q दा, ओके, इहदे बाहर भी आऊगा, ओके, नॉट P डिसजंक्शन नॉट Q, फाइन, बट जिहड़ा कंजंक्शन सी वो डिसजंक्शन हो जाऊगा। हुण इत्थे नॉट आ, इहदा की मतलब आ, ये किहदे बाहर आ, ये इस ब्रैकेट दे बाहर आ, कहण दा मतलब की आ कि इहदा नॉट हट जूगा, यस हट जूगा, क्योंकि इत्थे नगेशन आ ना, ये नगेशन हट गया, ओके हट गया, ये नगेशन ने Q दे नाल आउणा, यस आउणा, जिहड़ा डिसजंक्शन आ कंजंक्शन च बदल गया, ब्रैकेट क्लोज कर दो, ठीक आ, डिसजंक्शन दा सिंबल पाया, इत्थे नॉट P आ, यस करता नॉट P, जिहड़ा डिसजंक्शन हैगा वा वो कंजंक्शन च कर दिए, यस कर दिए, जिहड़ा नॉट Q आ Q हो गया। दा रिजल्ट देखिए भला जिहड़ा असीं बनाया वही आ, P, यस P, it is conjunction, yes conjunction, not Q, yes not Q, disjunction, yes not P, इत्थे not P पिछे हैगा वा, फिर conjunction Q आ, इत्थे not P अगे आ, फिर conjunction Q, इहदी कोई गल नहीं हुंदी, not P conjunction Q जां Q conjunction not P, one and same thing, ठीक आ जी, yes ਉਹਦੇ equal ਆ, ठीक आ जी। इदां तुसीं क्वेश्चनस करने आ, उत्थे इस चीज़ नूं मैं प्रूव कीता आ, इस चीज़ नूं मैं ट्रुथ टेबल की हैल्प दे नाल भी प्रूव कीता आ, ठीक है, वो सारा कुछ बेसिक समझाउण वास्ते वो करना जरूरी सीगा, ठीक आ। टोटोलॉजी की हुंदी आ, टोटोलॉजी हुंदी आ जदों असीं पिछे असीं इत्थे कुछ ट्रुथ लाइक इहदे विच आओ, ਇਹਦੇ ਵਿੱਚ false true ਆ, ਹਨਾ, ਜਿਹੜੇ ਆਉਣ ਵਾਲੇ ਸਾਰੇ ਆਨਸਰਸ ਆ ਨਾ, ਅਗਰ ਤੇ ਸਾਰੇ ਆਨਸਰਸ, ਅਗਰ ਤਾਂ ਸਾਰੇ ਆਨਸਰਸ T ਆਏ, ਅਗਰ ਸਾਰੇ ਦੇ ਸਾਰੇ ਆਨਸਰਸ T ਆਏ, true ਆਏ ਤੇ ਫਿਰ ਉਹ ਟੋਟੋਲੋਜੀ ਆ, ਕਲੀਅਰ ਆ। ਅਗਰ ਸਾਰੇ ਦੇ ਸਾਰੇ ਆਨਸਰ false ਆਏ ਤੇ ਫਿਰ ਉਹ ਫਾਲਸੀ ਆ। टोटोलॉजी की आ, जेड़े लास्ट ते जेड़ा भी ऑपरेशन लगा के सारे आंसर्स ट्रू आ ते टोटोलॉजी आ। कॉन्ट्राडिक्शन जां फॉलेसी की आ, अगर आफ्टर अप्लाइंग ऑपरेशंस जेड़े भी लाने आ सारे रिजल्ट्स तुहाडे फॉल्स आए ते कॉन्ट्राडिक्शन आ जां फॉलेसी आ। कॉन्टीजेंसी की हुंदा वा, जिहदे विच जिवें ये कॉन्टीजेंसी सीगी भी मान लो 3 वार फॉल्स आया, 1 वार ट्रू आया, 2 वारी ट्रू आ गया जां 3 वारी ट्रू आ गया, 1 वारी फॉल्स आ गया, मतलब ना तो पूरी तरह ये फॉलेसी आ, ना ये पूरी तरह ये टोटोलॉजी आ, उदों किहड़ी स्टेटमेंट बनूगी, कॉन्टीजेंसी, ठीक आ। ओके, नैक्सट वी विल डू MCQ दी सीरीज चलूगी हुण MR वास्ते, ठीक आ जी। थैंक यू। Thanks for watching till the end. If you like the content, subscribe, like, share and hit the bell icon. Thank you.